Good morning, everyone. Today our topic is the abolition of slavery. Slavery सब समझते हैं। slavery means गुलामी, abolition मतलब किसी चीज़ ਨੂੰ ਖਤਮ ਕਰਨਾ, ठीक है। सो बच्चे फ्रांस ਦੇ ਵਿੱਚ ਜਿਹੜੀ slavery ਬਹੁਤ ਹਾਈ ਲੈਵਲ ਤੇ ਸੀਗੀ। ਬਹੁਤ ਸਾਰੇ ਲੋਕ ਆਲਮੋਸਟ ਸਾਰੇ ਲੋਕ ਜਿਹੜੇ ਅਮੀਰ ਲੋਕ ਸੀ ਉਹ ਆਪਣੇ ਘਰ ਵਿੱਚ ਸਲੇਵਸ ਨੂੰ ਰੱਖਦੇ ਹੁੰਦੇ ਸੀ, ਗੁਲਾਮ ਲੋਕਾਂ ਨੂੰ ਰੱਖਦੇ ਹੁੰਦੇ ਸੀਗੇ, ਜਿਨ੍ਹਾਂ ਨੂੰ ਬਿਨਾਂ ਵੇਜਸ ਤੋਂ ਰੱਖਿਆ ਜਾਂਦਾ ਸੀਗਾ, ਸਿਰਫ ਖਾਣਾ ਦੇ ਕੇ, ਔਰ ਜਿਨ੍ਹਾਂ ਨੂੰ ਜਿਸ ਤਰ੍ਹਾਂ ਪਸ਼ੂਆਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ, ਇਸ ਤਰੀਕੇ ਨਾਲ ਉਹਨਾਂ ਨੂੰ ਇੱਕ ਤੋਂ ਦੂਜੀ ਥਾਂ ਤੇ ਜਿਹੜਾ ਪਸ਼ੂਆਂ ਦੇ ਵਾਂਗੂ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਸੀਗਾ ਔਰ ਪਸ਼ੂਆਂ ਦੀ ਤਰ੍ਹਾਂ ਵੇਚਿਆ ਖਰੀਦਿਆ ਉਹਨਾਂ ਨੂੰ ਜਾਂਦਾ ਸੀਗਾ, ਠੀਕ ਹੈ। ਸੋ ਇਹ ਜਿਹੜੀ ਸਲੇਵਰੀ ਸਿਸਟਮ ਸੀਗਾ ਇਹਨੂੰ ਐਬੋਲਿਸ਼ ਕਿਵੇਂ ਕੀਤਾ ਜਾਂਦਾ ਹੈ ਫਰਾਂਸ ਦੇ ਵਿੱਚ, ਇਹ ਆਪਾਂ ਹੁਣ ਦੇਖਾਂਗੇ। ਸੋ ਕਹਿੰਦੇ ਕਿ ਜਦੋਂ ਜੈਕੋਬੀਅਨ ਜਿਹੜਾ ਰਿਜ਼ਾਈਮ ਹੈ ਉਹ ਆਉਂਦਾ ਹੈ, ਯਾਨੀ ਕਿ ਜਦੋਂ 1889 ਤੋਂ ਰੈਵੋਲੂਸ਼ਨ ਤੋਂ ਬਾਅਦ ਵਿੱਚ ਜਿਹੜਾ ਹੈ ਉਹ 1791 ਤੋਂ 92 ਤੱਕ ਦਾ ਜਿਹੜਾ ਟਾਈਮ ਹੁੰਦਾ ਹੈ ਉਹਨੂੰ ਆਪਾਂ ਜੈਕੋਬੀਅਨ ਰਿਜ਼ਾਈਮ ਕਹਿੰਦੇ ਹਾਂ, ਜਿਹਨੂੰ ਰੋਬਸਪੀਅਰ ਦਾ ਰੀਜ਼ਨ ਆਫ ਟੈਰਰ ਵੀ ਕਹਿੰਦੇ ਆ। ਇਹਦੇ ਵਿੱਚ ਕਹਿੰਦੇ ਜਿਹੜੇ ਫਰੈਂਚ ਸੁਸਾਇਟੀ ਸੀਗੀਆਂ ਇਹਦੇ ਵਿੱਚ ਜਿਹੜੀ ਸਲੇਵਰੀ ਸੀ ਉਹਨੂੰ ਆਲਮੋਸਟ ਜਿਹੜਾ ਹੈ ਉਹ ਖਤਮ ਕੀਤਾ ਜਾਂਦਾ ਹੈ। ਜਿਹੜੀਆਂ ਕਲੋਨੀ ਸੀਗੀਆਂ ਕੈਰੀਬੀਅਨ, ਮਾਰਟੀਨਿਕ, ਠੀਕ ਹੈ, ਗੁਏਡਲੋਪੇ ਐਂਡ ਸੈਨ ਡਿਮਾਂਗੋ, ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਕਲੋਨੀਜ਼ ਸੀਗੀਆਂ ਫਰਾਂਸ ਦੀਆਂ, ਇਹਨਾਂ ਨੂੰ ਕਾਫੀ ਜਿਹੜੀਆਂ ਇਹਨਾਂ ਤੋਂ ਕਿਹੜੀਆਂ ਪ੍ਰੋਡਕਟਸ ਜਿਹੜੇ ਸੀ ਉਹ ਸਪਲਾਈ ਹੁੰਦੇ ਸੀਗੇ ਫਰਾਂਸ ਨੂੰ, ਤੰਬਾਕੂ, ਇੰਡੀਗੋ, ਸ਼ੂਗਰ, ਕੌਫੀ, ਠੀਕ ਹੈ। ਬਟ ਜਿਹੜੇ ਯੂਰਪੀਅਨਸ ਹੁੰਦੇ ਸੀ ਕਿ ਉਹ ਇਹਨਾਂ ਥਾਵਾਂ ਦੇ ਉੱਤੇ ਕੰਮ ਕਰਨ ਦੇ ਲਈ ਨਹੀਂ ਹੀ ਜਾਣਾ ਚਾਹੁੰਦੇ, ਠੀਕ ਹੈ, ਕਿਉਂਕਿ ਕਾਫੀ ਦੂਰ ਇਹ ਵਾਲੀਆਂ ਇਹਨਾਂ ਦੀਆਂ ਕਲੋਨੀਜ਼ ਸੀਗੀਆਂ ਔਰ ਇਹਨਾਂ ਲੈਂਡਸ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਵੀ ਨਹੀਂ ਸੀਗਾ, ਠੀਕ ਹੈ, ਕਿ ਕਿਵੇਂ ਦਾ ਲੈਂਡ ਏਰੀਆ ਹੈ। ਔਰ ਸੈਕਿੰਡ ਥਿੰਗ ਇਹ ਹੈ ਕਿ ਉਹਨਾਂ ਨੂੰ ਸਫੀਸ਼ੀਐਂਟ ਜਿਹੜਾ ਲੇਬਰ ਸੀਗੀ ਜਾਂ ਕੰਮ ਸੀਗਾ, ਵੇਜਸ ਸੀਗੇ, ਉਹ ਯੂਰਪ ਦੇ ਵਿੱਚ ਉਹਨਾਂ ਨੂੰ ਮਿਲਦੇ ਪਏ ਸੀਗੇ। ਸੋ ਇਹ ਜਿਹੜੇ ਇਵੇਂ ਦੇ ਜਿਹੜੇ ਟਾਪੂ ਸੀਗੇ ਕਹਿ ਸਕਦੇ ਜਾਂ ਕਲੋਨੀਜ਼ ਸੀਗੀਆਂ, ਇਹਨਾਂ ਵਿੱਚ ਕੰਮ ਕਰਨ ਦੇ ਲਈ ਜਿਹੜੀ ਫਰਾਂਸ ਦੀ ਗੌਰਮੈਂਟ ਸੀਗੀ ਉਹਨਾਂ ਨੂੰ ਹੁਣ ਕੀ ਚਾਹੀਦਾ ਹੈ, ਉਹਨਾਂ ਨੂੰ ਕੰਮ ਵਾਲੇ ਕਾਮੇ ਚਾਹੀਦੇ ਸੀਗੇ, ਠੀਕ ਹੈ, ਲੇਬਰ ਚਾਹੀਦੀ ਸੀਗੀ। ਸੋ ਇਸੇ ਟਾਈਮ ਦੇ ਉੱਤੇ ਕੀ ਸ਼ੁਰੂ ਹੁੰਦਾ ਹੈ ਬੱਚੇ, ਸਲੇਵਰੀ ਸਿਸਟਮ ਸ਼ੁਰੂ ਹੁੰਦਾ ਹੈ, ਠੀਕ ਹੈ। ਇਹਦੇ ਵਿੱਚ ਇੱਕ ਟ੍ਰਾਇੰਗਲ ਬਣਦਾ ਹੈ ਸਲੇਵਰੀ ਦਾ। ਟ੍ਰਾਇੰਗਲ ਵਿੱਚ ਕੌਣ ਕੌਣ ਹੁੰਦਾ ਹੈ, ਯੂਰਪ, ਅਫਰੀਕਾ ਐਂਡ ਅਮਰੀਕਾ। ਅਗਰ ਤੁਸੀਂ ਮੈਪ ਤੇ ਦੇਖੋਗੇ ਤਾਂ ਅਫਰੀਕਾ ਨੀਚੇ ਹੈ। ਅਫਰੀਕਾ ਤੋਂ ਬੱਚੇ ਜਿਹੜੇ ਹੈਗੇ ਸੀਗੇ ਸਲੇਵ ਸੀਗੇ ਉਹਨਾਂ ਨੂੰ ਯੂਰਪ ਲੈ ਕੇ ਜਾਇਆ ਜਾਂਦਾ ਸੀਗਾ ਔਰ ਯੂਰਪ ਤੋਂ ਦੁਬਾਰਾ ਉਹਨਾਂ ਨੂੰ ਅਮਰੀਕਾ ਵਿੱਚ ਸੇਲ ਕੀਤਾ ਜਾਂਦਾ ਸੀਗਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਟ੍ਰੇਡ ਸੀਗਾ ਆਲਮੋਸਟ ਬੱਚੇ 17th ਸੈਂਚੁਰੀ ਦੇ ਵਿੱਚ ਸ਼ੁਰੂ ਹੁੰਦਾ ਹੈ। ਜਿਹੜੇ ਮਰਚੈਂਟਸ ਹੁੰਦੇ ਆ, ਫਰੈਂਚ ਮਰਚੈਂਟਸ ਹੁੰਦੇ ਆ, ਉਹ ਕੀ ਕਰਨਾ ਸ਼ੁਰੂ ਕਰ ਦਿੰਦੇ ਆ, ਜਿਹੜੀਆਂ ਉਹਨਾਂ ਦੀਆਂ ਪੋਰਟਸ ਸੀਗੀਆਂ ਬੋਰਡੈਕਸ ਐਂਡ ਨੈਂਟਸ, ਇਹ ਬਿਲਕੁਲ ਉਹਨਾਂ ਦੀਆਂ ਉਹ ਵਾਲੀਆਂ ਪੋਰਟਸ ਨੇ ਜਿਹੜੀਆਂ ਬਿਲਕੁਲ ਸਮੁੰਦਰ ਦੇ ਨਾਲ ਲੱਗਦੀਆਂ ਨੇ। ਸੋ ਇਹਨਾਂ ਪੋਰਟਸ ਤੋਂ ਉਹ ਆਪਣੀਆਂ ਸ਼ਿਪਸ ਨੂੰ ਲੈ ਕੇ ਆਉਂਦੇ ਆ ਔਰ ਇੱਥੇ ਅਫਰੀਕਨ ਜਿਹੜੇ ਲੋਕ ਸੀਗੇ ਉਹਨਾਂ ਨੂੰ ਫੜ ਲਿਆ ਜਾਂਦਾ, ਠੀਕ ਹੈ। ਉਹਨਾਂ ਦੇ ਲੋਕਲ ਜਿਹੜੇ ਚੀਫ ਸੀਗੇ ਉਹ ਇਹਨਾਂ ਲੋਕਾਂ ਨੂੰ ਵੇਚ ਦਿੰਦੇ ਆ, ਕਿਹਨਾਂ ਦੇ ਕੋਲ, ਯੂਰਪੀਅਨਸ ਦੇ ਕੋਲ, ਮਰਚੈਂਟਸ ਦੇ ਕੋਲ, ਔਰ ਇਹਨਾਂ ਲੋਕਾਂ ਨੂੰ ਪਸ਼ੂਆਂ ਦੀ ਤਰ੍ਹਾਂ ਉਹਨਾਂ ਸ਼ਿਪਸ ਦੇ ਵਿੱਚ ਬੰਨ੍ਹ ਕੇ ਕੰਟੀਨਿਊਸਲੀ ਜਿਹੜਾ ਹੈ ਉਹ 3 ਮੰਥ ਦੀ ਕੰਟੀਨਿਊ ਜਿਹੜੀ ਵੋਏਗ ਮਤਲਬ ਕੀ ਹੁੰਦਾ, ਇੱਕ ਸਮੁੰਦਰੀ ਯਾਤਰਾ, ਠੀਕ ਹੈ। ਸੋ ਕਹਿੰਦੇ ਕਿ ਐਟਲਾਂਟਿਕ ਓਸ਼ਨ ਤੋਂ ਲੈ ਕੇ ਕੈਰੀਬੀਅਨ ਤੱਕ ਇਹਨਾਂ ਲੋਕਾਂ ਨੂੰ ਇਸੇ ਤਰੀਕੇ ਨਾਲ 3 ਮਹੀਨੇ ਤੱਕ ਲਗਾਤਾਰ ਬੰਨ੍ਹ ਕੇ ਜਿਹੜਾ ਸੀਗਾ ਉਹ ਲੈ ਕੇ ਜਾਇਆ ਜਾਂਦਾ ਹੈ ਸਮੁੰਦਰ ਦੇ ਰਾਹੀਂ, ਸ਼ਿਪਸ ਦੇ ਥਰੂ, ਠੀਕ ਹੈ। ਔਰ ਇਹਨਾਂ ਦੇ ਕੋਲੋਂ ਜਾ ਕੇ ਉੱਥੇ ਪਲਾਂਟੇਸ਼ਨਸ ਵਗੈਰਾ ਵਿੱਚ ਕੰਮ ਕਰਵਾਇਆ ਜਾਂਦਾ ਹੈ, ਐਜ਼ ਅ ਲੇਬਰਰ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ। ਜਿਵੇਂ ਡਿਮਾਂਡਸ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ ਯੂਰਪ ਦੇ ਵਿੱਚ, ਸ਼ੂਗਰ, ਕੌਫੀ, ਇੰਡੀਗੋ ਦੀ ਡਿਮਾਂਡਸ ਜਿਵੇਂ ਵੱਧਦੀਆਂ, ਉਸੇ ਤਰੀਕੇ ਦੇ ਨਾਲ ਪ੍ਰੋਡਕਸ਼ਨ ਵਧਾਉਣ ਦੇ ਲਈ ਇਹਨਾਂ ਲੋਕਾਂ ਨੂੰ ਕੰਟੀਨਿਊਸਲੀ ਜਿਹੜਾ ਹੈ ਬਹੁਤ ਜ਼ਿਆਦਾ ਐਕਸਪਲੋਇਟ ਕੀਤਾ ਜਾਂਦਾ, ਇਹਨਾਂ ਕੋਲ ਸਾਰਾ ਦਿਨ ਰਾਤ ਕੰਮ ਕਰਵਾਇਆ ਜਾਂਦਾ ਹੈ, ਬੜੀ ਬੈਡ ਕੰਡੀਸ਼ਨਸ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ, ਠੀਕ ਹੈ। ਕਹਿੰਦਾ ਪੋਰਟ ਸਿਟੀਜ਼ ਜਿਵੇਂ ਬੋਰਡੈਕਸ ਸੀਗਾ ਐਂਡ ਨੈਂਟਸ ਸੀਗਾ, ਇਹਨਾਂ ਵਿੱਚ ਜਿਹੜੀਆਂ ਇਕਨੋਮਿਕ ਪ੍ਰੋਪਰਟੀ ਸੀਗੀ ਉਹਨਾਂ ਮਤਲਬ ਉਹ ਕੀ ਸੀਗੀ, ਉਹ ਇੱਕ ਤਰੀਕੇ ਨਾਲ ਸਲੇਵਸ ਸੀਗੀ, ਠੀਕ ਹੈ। ਔਰ ਸਲੇਵਸ ਨੂੰ ਜਿਹੜਾ ਸੀਗਾ ਉਹ ਸਲੇਵ ਟ੍ਰੇਡ ਜਿਹੜਾ ਹੈ ਉਹਨੂੰ ਕਾਫੀ ਜ਼ਿਆਦਾ ਫਲੋਰਿਸ਼ ਕੀਤਾ ਗਿਆ ਸੀਗਾ। ਨੈਕਸਟ ਬੱਚੇ ਕਹਿੰਦੇ ਕਿ ਸਾਰੀ 18th ਸੈਂਚੁਰੀ ਜਿਹੜੀ ਸੀਗੀ ਇਹਦੇ ਵਿੱਚ ਸਲੇਵਰੀ ਦਾ ਥੋੜ੍ਹਾ ਬਹੁਤਾ ਜਿਹੜਾ ਕ੍ਰਿਟਿਸਿਜ਼ਮ ਸੀਗਾ ਉਹ ਫਰਾਂਸ ਦੇ ਵਿੱਚ ਕੀਤਾ ਜਾਂਦਾ ਹੈ। ਨੈਸ਼ਨਲ ਅਸੈਂਬਲੀ ਜਿਹੜੀ ਉੱਥੋਂ ਦੀ ਪਾਰਲੀਮੈਂਟ ਸੀਗੀ ਔਰ 'ਚ ਕਾਫੀ ਸਾਰੀਆਂ ਡਿਬੇਟਸ ਹੁੰਦੀਆਂ ਨੇ ਰਿਗਾਰਡਿੰਗ ਦਾ ਰਾਈਟਸ ਆਫ ਦਾ ਹਿਊਮਨ ਬੀਇੰਗਸ, ਠੀਕ ਹੈ। ਔਰ ਇਹਨਾਂ ਜਿਹੜੀਆਂ ਸਾਰੀਆਂ ਹੈਗੀਆਂ ਸੀਗੀਆਂ ਸਲੇਵਰੀ ਸਿਸਟਮ ਸੀਗਾ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਬਿੱਲ ਲੈ ਕੇ ਆਇਆ ਜਾਂਦਾ ਬਟ ਇਹ ਬਿੱਲ ਪਾਸ ਨਹੀਂ ਹੁੰਦਾ, ਠੀਕ ਹੈ। ਔਰ ਇਹ ਬਿੱਲ ਪਾਸ ਨਹੀਂ ਹੁੰਦਾ
ਕੋਈ ਬਿੱਲ ਪਾਸ ਨਹੀਂ ਕੀਤਾ ਜਾ ਸਕਦਾ ਪਾਉਂਦਾ, ਕਿਉਂਕਿ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਖਤਰਾ ਹੁੰਦਾ ਹੈ ਕਿ ਅਗਰ ਅਸੀਂ ਕੋਈ ਬਿੱਲ ਜਿਹੜਾ ਸਲੇਵਰੀ ਦੇ ਅਗੇਂਸਟ ਪਾਸ ਕਰ ਦਿੱਤਾ, ਜਿਹੜੇ ਬਿਜ਼ਨਸਮੈਨ ਸੀਗੇ ਜਿਨ੍ਹਾਂ ਦਾ ਕੰਮ ਟੋਟਲੀ ਜਿਹੜਾ ਸਲੇਵ ਟ੍ਰੇਡ ਦੇ ਉੱਤੇ ਡਿਪੈਂਡ ਸੀਗਾ, ਸਲੇਵ ਟ੍ਰੇਡ ਹੀ ਕਰਦੇ ਸੀਗੇ ਉਹ, ਦੈਨ ਉਹਨਾਂ ਦਾ ਕੰਮ ਜਿਹੜਾ ਬੰਦ ਹੋ ਜਾਏਗਾ। ਠੀਕ ਹੈ, ਬਟ ਫਾਈਨਲੀ ਬੱਚੇ ਜਿਹੜਾ ਇੱਕ ਕਨਵੈਨਸ਼ਨ ਹੁੰਦੀ ਹੈ 1794 ਦੇ ਵਿੱਚ, ਠੀਕ ਹੈ, ਇਹਦੇ ਅੰਡਰ ਜਿਹੜਾ ਹੈ ਸਾਰੇ ਦੇ ਸਾਰੇ ਸਲੇਵਸ ਜਿਹੜੇ ਨੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਫ੍ਰੈਂਚ ਕਲੋਨੀ ਦੇ ਵਿੱਚ ਸੀਗੇ। ਠੀਕ ਹੈ, ਬਟ ਆਫਟਰ 10 ਈਅਰਸ ਯਾਨੀ ਕਿ 1804 ਦੇ ਵਿੱਚ ਜਿਵੇਂ ਹੀ ਨੇਪੋਲੀਅਨ ਦੇ ਹੱਥ ਵਿੱਚ ਦੁਬਾਰਾ ਰਾਜ ਆਉਂਦਾ ਹੈ ਤਾਂ ਨੇਪੋਲੀਅਨ ਇਹ ਜਿਹੜਾ ਸਲੇਵਰੀ ਸਿਸਟਮ ਆ ਉਹਨੂੰ ਦੁਬਾਰਾ ਤੋਂ ਇੰਟਰੋਡਿਊਸ ਕਰ ਦਿੰਦਾ ਹੈ। ਠੀਕ ਹੈ, ਔਰ ਉਹ ਜਿਹੜੇ ਸਾਰੇ ਦੇ ਸਾਰੇ ਪਲਾਂਟੇਸ਼ਨ ਓਨਰ ਸੀਗੇ, ਫ੍ਰੈਂਚ ਪੀਪਲ ਸੀਗੇ, ਯੂਰਪੀਅਨ ਸੀਗੇ, ਉਹਨਾਂ ਨੂੰ ਇਵੇਂ ਲੱਗਦਾ ਹੈ ਕਿ ਇਹਨਾਂ ਨੂੰ ਸਲੇਵ ਬਣਾ ਕੇ ਰੱਖਣਾ, ਅਫਰੀਕਨ ਜਿਹੜੇ ਬਲੈਕ ਪੀਪਲਸ ਨੇ, ਨੀਗਰੋਸ ਨੇ, ਉਹਨਾਂ ਨੂੰ ਸਲੇਵ ਬਣਾ ਕੇ ਰੱਖਣਾ ਜਿਹੜਾ ਹੈ ਉਹਨਾਂ ਦੇ ਲਈ ਇੱਕ ਇਕਨੋਮਿਕ ਇੰਟਰਸਟ ਹੈ ਔਰ ਉਹਨਾਂ ਦਾ ਇਹ ਹੱਕ ਹੈ। ਠੀਕ ਹੈ, ਬਟ ਫਾਈਨਲੀ ਬੱਚੇ ਜਿਹੜਾ ਹੈਗਾ ਨੇਪੋਲੀਅਨ ਤੋਂ ਬਾਅਦ ਕੰਟੀਨਿਊਸਲੀ ਸਲੇਵਰੀ ਸਿਸਟਮ ਚੱਲਦਾ ਰਹਿੰਦਾ। ਫਾਈਨਲੀ 1848 ਦੇ ਵਿੱਚ ਜਿਹੜਾ ਰੈਵੋਲੂਸ਼ਨ ਹੁੰਦਾ ਹੈ ਉਹਦੇ ਨਾਲ ਜਿਹੜਾ ਹੈ ਉਹ ਇਹ ਸਿਸਟਮ ਜਿਹੜਾ ਹੈ ਉਹ ਖਤਮ ਹੁੰਦਾ ਹੈ। ਨੈਕਸਟ ਹੈ ਬੱਚੇ ਆਪਾਂ ਦੇਖਦੇ ਹਾਂ ਕਿ ਐਵਰੀਡੇ ਲਾਈਫ ਦੇ ਵਿੱਚ ਕੀ ਚੇਂਜਸ ਆਉਂਦੇ ਨੇ। ਠੀਕ ਹੈ, ਕਹਿੰਦੇ ਕਿ ਜਿਹੜੇ ਪੋਲੀਟੀਕਲ ਲਾਈਫ ਹੈ ਕੀ ਜਿਹੜੀ ਪੋਲੀਟਿਕਸ ਹੈ ਉਹ ਲੋਕਾਂ ਦੇ ਕੱਪੜੇ, ਲੋਕਾਂ ਦੀ ਲੈਂਗੁਏਜ, ਕੀ ਬੁੱਕ ਪੜ੍ਹਨਗੇ, ਕੀ ਇਹ ਚੇਂਜ ਕਰ ਸਕਦੀ, ਸਭ ਕੁਝ ਇਹ ਕੁਐਸਚਨ ਮਾਰਕ ਉਹਨਾਂ ਨੇ ਪਾਇਆ ਹੈ। ਦੈਨ ਉਹਦਾ ਆਨਸਰ ਉਹਨਾਂ ਨੇ ਦਿੱਤਾ ਕਿ 1789 ਤੋਂ ਲਾ ਕੇ ਜੋ ਫਰਾਂਸ ਦੇ ਵਿੱਚ ਰੈਵੋਲੂਸ਼ਨ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੇ ਚੇਂਜਸ ਜਿਹੜੇ ਨੇ ਮੈਨ, ਵੂਮਨ, ਚਿਲਡਰਨਸ ਦੀ ਜਿਹੜੀ ਲਾਈਫ ਦੇ ਵਿੱਚ ਉਹ ਦੇਖੇ ਜਾਂਦੇ ਨੇ। ਔਰ ਇਹਨਾਂ ਵਿੱਚ ਆਪਾਂ ਇਹ ਵੀ ਕਹਿ ਸਕਦੇ ਕਿ ਉਹਨਾਂ ਦੇ ਕੱਪੜਿਆਂ ਦੇ ਪਾਉਣ ਦਾ ਤਰੀਕਾ ਬਦਲ ਜਾਂਦਾ ਹੈ, ਉਹਨਾਂ ਦੀ ਲੈਂਗੁਏਜਸ ਵੀ ਇੱਕ ਤਰੀਕੇ ਨਾਲ ਬਦਲ ਜਾਂਦੀਆਂ, ਉਹ ਕਿਹੜੀਆਂ ਬੁੱਕਸ ਪੜ੍ਹਨਗੇ, ਸਭ ਕੁਝ ਜਿਹੜਾ ਹੈ ਉਹ ਬਦਲ ਜਾਂਦਾ ਹੈ ਵਿਦ ਦਾ ਰੈਵੋਲੂਸ਼ਨ। ਠੀਕ ਹੈ, ਰੈਵੋਲੂਸ਼ਨਰੀ ਗਵਰਨਮੈਂਟ ਜਿਹੜੀ ਕਹਿੰਦੇ ਕਿ ਉਹਨਾਂ ਨੇ ਆਪਣੇ ਕਾਨੂੰਨ ਪਾਸ ਕੀਤੇ। ਠੀਕ ਹੈ, ਕਿ ਕੋਈ ਵੀ ਆਈਡੀਆਜ਼ ਸੀਗੇ ਲਿਬਰਟੀ ਦੇ ਰਿਗਾਰਡਿੰਗ, ਇਕੁਐਲਿਟੀ ਦੇ ਰਿਗਾਰਡਿੰਗ, ਠੀਕ ਹੈ, ਉਹਨਾਂ ਨੂੰ ਪ੍ਰੈਕਟਿਸ ਕੀਤਾ ਜਾਊਗਾ, ਯਾਨੀ ਕਿ ਸਭ ਨੂੰ ਲਿਬਰਟੀ ਦਿੱਤੀ ਜਾਊਗੀ, ਸਭ ਨੂੰ ਇਕੁਐਲਿਟੀ, ਸਭ ਇਕੁਅਲ ਹੋਣਗੇ। ਠੀਕ ਹੈ, ਸੋ ਇਹ ਸਾਰਾ ਕੁਝ ਕੀਤਾ ਜਾਂਦਾ ਰੈਵੋਲੂਸ਼ਨਰੀ ਗਵਰਨਮੈਂਟ ਦੇ ਵੱਲੋਂ। ਠੀਕ ਹੈ, ਕਹਿੰਦੇ ਨੈਕਸਟ ਹੈ ਬੱਚੇ, ਕਹਿੰਦੇ ਕਿ ਵਨ ਇੰਪੋਰਟੈਂਟ ਲਾਅ ਦੈਟ ਕੇਮ ਇਨਟੂ ਇਫੈਕਟ ਸੂਨ ਆਫਟਰ ਦਾ ਸਟੋਰਮਿੰਗ ਆਫ ਬਾਸਟਾਈਲ ਇਨ ਦਾ ਸਮਰ ਆਫ 1789 ਵਾਸ ਐਬੋਲੀਸ਼ਨ ਆਫ ਸੈਂਸਰਸ਼ਿਪ। ਠੀਕ ਹੈ, ਕਹਿੰਦੇ ਕਿ ਸੈਂਸਰਸ਼ਿਪ ਜਿਹੜੀ ਆ ਉਹਨੂੰ 1789 ਦੀ ਗਰਮੀ ਦੇ ਵਿੱਚ ਖਤਮ ਕਰ ਦਿੱਤਾ ਜਾਂਦਾ ਹੈ ਆਫਟਰ ਦਾ ਰੈਵੋਲੂਸ਼ਨ। ਹੁਣ ਸੈਂਸਰਸ਼ਿਪ ਕੀ ਹੈ ਕਿ ਕੁਝ ਵੀ ਜਿਹੜਾ ਛਪਣਾ ਹੈ, ਕੋਈ ਨਿਊਜ਼ਪੇਪਰ ਛਪਣਾ ਹੈ, ਕੁਝ ਵੀ ਹੈ, ਉਹ ਸਭ ਦੇ ਉੱਤੇ ਕੀ ਹੈਗੀ ਇੱਕ ਰੋਕ ਲਗਾਈ ਗਈ ਸੀ ਕਿ ਕੋਈ ਵੀ ਅਖਬਾਰ ਹੈ, ਕੋਈ ਮੈਗਜ਼ੀਨ ਹੈ, ਕੋਈ ਬੁੱਕ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਨਿਜ਼ਾਮ ਹੈ, ਜੋ ਰਾਜਾ ਹੈ, ਉਹਦੇ ਖਿਲਾਫ ਕੁਝ ਨਹੀਂ ਲਿਖ ਸਕਦੀ। ਸੋ 1789 ਦੇ ਵਿੱਚ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਔਰ ਓਲਡ ਰਿਜ਼ਾਈਮ ਵਿੱਚ ਜਿੰਨਾ ਵੀ ਲਿਖਿਆ ਗਿਆ ਰਿਟਨ ਮਟੀਰੀਅਲ ਸੀਗਾ, ਕਲਚਰਲ ਐਕਟੀਵਿਟੀ ਸੀਗੇ, ਜਸਟ ਲਾਈਕ ਬੁੱਕਸ, ਨਿਊਜ਼ਪੇਪਰਸ, ਪਲੇਸ, ਉਹ ਹੁਣ ਕੀ ਸੀਗਾ ਉਹ ਪਰਫਾਰਮ ਕੀਤੇ ਜਾ ਸਕਦੇ ਸੀ, ਬੁੱਕਸ ਸੀਗੀਆਂ ਉਹਨਾਂ ਨੂੰ ਪਬਲਿਸ਼ ਕੀਤਾ ਜਾ ਸਕਦਾ ਸੀਗਾ। ਠੀਕ ਹੈ, ਔਰ ਜਿਹੜਾ ਸਭ ਕੁਝ ਸੀਗਾ ਉਹ ਕਿਸੇ ਤਰੀਕੇ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਸੀਗੀ। ਬਟ ਅਗਰ ਆਪਾਂ ਓਲਡ ਰਿਜ਼ਾਈਮ ਦੀ ਗੱਲ ਕਰੀਏ ਤਾਂ ਜਿੰਨੀਆਂ ਵੀ ਬੁੱਕਸ ਪਬਲਿਸ਼ ਹੁੰਦੀਆਂ ਸੀਗੀਆਂ, ਨਿਊਜ਼ਪੇਪਰ ਪਬਲਿਸ਼ ਹੁੰਦੇ ਸੀਗੇ, ਪਲੇਸ ਕੋਈ ਹੁੰਦੇ ਸੀਗੇ, ਪਰਫਾਰਮ ਕਰਨਾ ਹੁੰਦਾ ਸੀਗਾ, ਉਹ ਜਿਹੜਾ ਰੂਲਰ ਹੁੰਦਾ ਸੀਗਾ, ਉਹਦੇ ਜਿਹੜੇ ਸੈਂਸਰਸ ਹੁੰਦੇ ਸੀਗੇ, ਉਹਦੇ ਜਿਹੜੇ ਪਰਸਨਸ ਹੁੰਦੇ ਸੀਗੇ, ਉਹਨਾਂ ਕੋਲ ਅਪਰੂਵ ਕਰਨ ਤੋਂ ਬਾਅਦ ਹੀ ਕੁਝ ਪਰਫਾਰਮ ਕੀਤਾ ਜਾ ਸਕਦਾ ਜਾਂ ਕੋਈ ਬੁੱਕ ਪਬਲਿਸ਼ ਕੀਤੀ ਜਾ ਸਕਦੀ। ਹੁਣ ਜਦੋਂ ਡੈਕਲੇਰੇਸ਼ਨ ਆਫ ਰਾਈਟਸ ਆਫ ਮੈਨ ਐਂਡ ਸਿਟੀਜ਼ਨਸ ਹੁੰਦੀ ਹੈ, ਦੈਨ ਉਹਦੇ ਵਿੱਚ ਕੀ ਆ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜੀ ਆ ਉਹਨੂੰ ਇੱਕ ਨੈਚੁਰਲ ਰਾਈਟ ਮੰਨਿਆ ਜਾਂਦਾ ਹੈ। ਠੀਕ ਹੈ, ਕਿ ਇਨਸਾਨ ਆਪਣੀ ਮਰਜ਼ੀ ਨਾਲ ਬੋਲ ਸਕਦਾ ਔਰ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈ ਉਹ ਆਪਣੇ ਵਿਚਾਰਾਂ ਨੂੰ ਵਿਅਕਤ ਕਰ ਸਕਦਾ ਹੈ। ਸੋ ਨਿਊਜ਼ਪੇਪਰ, ਪੰਫਲੇਟ, ਬੁੱਕਸ ਜਿਹੜੀਆਂ ਪ੍ਰਿੰਟਡ ਪਿਕਚਰ ਸੀਗੀਆਂ, ਕਹਿੰਦੇ ਉਹਨਾਂ ਦਾ ਇੱਕ ਤਰੀਕੇ ਨਾਲ ਹੜ੍ਹ ਆ ਜਾਂਦਾ ਹੈ ਫਰਾਂਸ ਦੇ ਵਿੱਚ ਜਦੋਂ ਲੋਕਾਂ ਨੂੰ ਖੁੱਲ੍ਹ ਮਿਲਦੀ ਹੈ, ਲੋਕਾਂ ਨੂੰ ਫਰੀਡਮ ਮਿਲਦੀ ਹੈ ਕਿ ਕੁਝ ਵੀ ਛਾਪ ਸਕਦੇ ਆ, ਕੁਝ ਵੀ ਬੋਲ ਸਕਦੇ ਆ। ਠੀਕ ਹੈ, ਨੈਕਸਟ ਕਹਿੰਦੇ ਕਿ ਇਹ ਜਿਹੜੇ ਸਾਰੇ ਦੇ ਸਾਰੇ ਸੀਗੇ, ਇਹਨਾਂ ਸਾਰਿਆਂ ਨੇ ਕੀ ਡਿਸਕ੍ਰਾਈਬ ਕੀਤਾ ਔਰ ਕੀ ਡਿਸਕਸ ਕਰਦੇ ਸੀਗੇ ਕਿ ਫਰਾਂਸ ਦੇ ਵਿੱਚ ਕਿਹੜੇ ਕਿਹੜੇ ਚੇਂਜਸ ਜਿਹੜੇ ਆ ਉਹ ਹੋ ਰਹੇ ਨੇ। ਠੀਕ ਹੈ, ਫਰੀਡਮ ਜਿਹੜੀ ਪ੍ਰੈਸ ਦੇ ਨਾਲ ਪ੍ਰੈਸ ਨੂੰ ਮਿਲ ਗਈ ਸੀ, ਇਹਦਾ ਮਤਲਬ ਕੀ ਸੀਗਾ ਕਿ ਜਿਹੜਾ ਕੋਈ ਵਿਅਕਤੀ ਜਿਹੜਾ ਵਿਰੋਧੀ ਵਿਚਾਰ ਵੀ ਰੱਖਦਾ ਹੈ, ਜਿਹੜੇ ਆਪੋਜ਼ਿੰਗ ਵਿਊਜ਼ ਨੇ, ਉਹ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਵਿਅਕਤ ਕਰ ਸਕਦਾ ਹੈ। ਠੀਕ ਹੈ, ਆਪਣੇ ਜਿਹੜੇ ਵਿਊਜ਼ ਨੇ, ਓਪੀਨੀਅਨਸ ਨੇ ਉਹ ਦੇ ਸਕਦਾ ਹੈ। ਈਚ ਸਾਈਡ ਕਹਿੰਦੇ ਈਚ ਸਾਈਡ ਸਾਊਟ ਟੂ ਕਨਵੀਨਸ ਦਾ ਅਦਰਸ ਆਫ ਇਟਸ ਪੋਜੀਸ਼ਨ ਥਰੂ ਦਾ ਮੀਡੀਅਮ ਆਫ ਪ੍ਰਿੰਟ
ਸੋ ਕਹਿੰਦੇ ਕਿ ਹਰ ਇੱਕ ਸਾਈਡ ਜਿਹੜੀ ਹੈਗੀ ਆਪਣੀ ਜਿਹੜੀ ਪੋਜੀਸ਼ਨ ਹੈਗੀ ਉਹਨੂੰ ਲੋਕਾਂ ਸਾਹਮਣੇ ਰੱਖ ਸਕਦੀ ਸੀ ਪ੍ਰਿੰਟ ਮੀਡੀਆ ਦੇ ਥਰੂ। ਬਹੁਤ ਸਾਰੇ ਪਲੇਜ਼, ਸੌਂਗਸ, ਫੈਸਟਿਵ ਪ੍ਰੋਸੈਸ਼ਨਸ ਜਿਹੜੇ ਹੈਗੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਅਟਰੈਕਟ ਕੀਤਾ, ਠੀਕ ਹੈ। ਐਂਡ ਦਿਸ ਵਾਜ਼ ਵਨ ਵੇ ਦੇ ਕੁਡ ਗ੍ਰਾਸਪ ਐਂਡ ਆਈਡੈਂਟੀਫਾਈ ਦ ਆਈਡੀਆ ਸੱਚ ਐਸ ਲਿਬਰਟੀ, ਜਸਟਿਸ ਦੈਟ ਪੋਲੀਟੀਕਲ ਫਿਲੋਸਫਰਸ ਰੋਟ ਅਬਾਊਟ, ਠੀਕ ਹੈ। ਕਹਿੰਦੇ ਇਹਦੇ ਨਾਲ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਲਿਬਰਟੀ ਦਾ ਔਰ ਫਰੀਡਮ ਦਾ, ਜਸਟਿਸ ਦੇ ਜਿਹੜੇ ਆਈਡੀਆਜ਼ ਸੀਗੇ ਉਹਨਾਂ ਸਾਰਿਆਂ ਦੇ ਬਾਰੇ ਜਿਹੜੇ ਪੋਲੀਟੀਕਲ ਫਿਲੋਸਫਰ ਸੀਗੇ ਉਹਨਾਂ ਨੇ ਲਿਖਿਆ ਔਰ ਇਹਨਾਂ ਨੂੰ ਜਿਹੜਾ ਆਮ ਲੋਕਾਂ ਦੇ ਹੱਥਾਂ ਤੱਕ ਜਿਹੜਾ ਇਹ ਪਹੁੰਚਾਇਆ। ਹਾਲਾਂਕਿ ਉਸ ਟਾਈਮ ਤੇ ਲੋਕਾਂ ਦੇ ਕੋਲ ਐਜੂਕੇਸ਼ਨ ਬਹੁਤ ਘੱਟ ਸੀ, ਸੋ ਬਹੁਤ ਥੋੜੇ ਲੋਕ ਸੀਗੇ ਜਿਹੜੇ ਇਹਨਾਂ ਨੂੰ ਪੜ੍ਹ ਸਕਦੇ ਸੀਗੇ। ਨੈਕਸਟ ਇਜ਼ ਦਾ ਕਨਕਲੂਜ਼ਨ। ਸੋ ਬੱਚੇ ਕਹਿੰਦੇ ਕਿ 1804 ਦੇ ਵਿੱਚ ਜਿਹੜਾ ਹੈ ਦੁਬਾਰਾ ਤੋਂ ਨੈਪੋਲੀਅਨ ਬੋਨਾਪਾਰਟ ਜਿਹੜਾ ਹੈ ਉਹ ਡਿਕਟੇਟਰੀ ਦੇ ਕੋਲੋਂ ਜਿਹੜਾ ਰਾਜ ਲੈ ਲੈਂਦਾ ਹੈ ਔਰ ਆਪ ਜਿਹੜਾ ਹੈ ਉਹ ਸਾਰੇ ਦੇ ਸਾਰੇ ਫਰਾਂਸ ਦੇ ਉੱਪਰ ਕੰਟਰੋਲ ਆਪਣਾ ਨੈਪੋਲੀਅਨ ਬੋਨਾਪਾਰਟ ਦਾ ਹੋ ਜਾਂਦਾ ਹੈ, ਠੀਕ ਹੈ। ਨੈਕਸਟ ਹੈ ਬੱਚੇ ਕਹਿੰਦੇ ਜਿਹੜੇ ਨੇਬਰ ਯੂਰਪੀਅਨ ਕੰਟਰੀ ਸੀਗੀਆਂ ਉਹਨਾਂ ਨੂੰ ਉਹ ਜਿੱਤਦਾ ਹੈ, ਠੀਕ ਹੈ। ਉਹਨਾਂ ਦੇ ਬਹੁਤ ਸਾਰੀ ਜਿਹੜੀਆਂ ਡਾਇਨੈਸਟੀ ਸੀਗੀਆਂ ਉਹਨਾਂ ਨੂੰ ਖਤਮ ਕਰ ਦਿੱਤਾ। ਉਹਨੇ ਆਪਣਾ ਇੱਕ ਵੱਡਾ ਸਾਰਾ ਕਿੰਗਡਮ ਜਿਹੜਾ ਹੈਗਾ ਉਹ ਇਸਟੈਬਲਿਸ਼ ਕੀਤਾ ਵਿਦ ਇਨ ਦਾ ਅਦਰ ਕੰਟਰੀਜ਼ ਆਲਸੋ, ਤੇ ਆਪਣੀ ਜਿਹੜੀ ਫੈਮਿਲੀ ਦੇ ਮੈਂਬਰ ਸੀਗੇ ਉਹਨਾਂ ਨੂੰ ਉੱਥੇ ਉਹ ਅਪਾਇੰਟ ਕਰ ਦਿੰਦਾ ਹੈ। ਨੈਪੋਲੀਅਨ ਦਾ ਕਹਿੰਦੇ ਜਿਹੜੇ ਰੋਲ ਹੈ ਯੂਰਪ ਦੇ ਵਿੱਚ ਇੱਕ ਤਰੀਕੇ ਨਾਲ ਮਾਡਰਨਾਈਜ਼ਰ ਦੇ ਤੌਰ ਤੇ ਆਉਂਦਾ ਹੈ। ਮਾਡਰਨਾਈਜ਼ਰ ਮਤਲਬ ਉਹਨੇ ਬਹੁਤ ਸਾਰੇ ਨਿਊ ਆਈਡੀਆਜ਼, ਨਵੇਂ ਤਰੀਕੇ, ਨਵੇਂ ਕੰਮ ਕਰਨ ਦੇ ਅਫੀਸ਼ੀਅਲ ਐਡਮਿਨਿਸਟ੍ਰੇਟਿਵ ਤਰੀਕੇ ਜਿਹੜੇ ਹੈਗੇ ਉਹ ਸ਼ੁਰੂ ਕੀਤੇ। ਉਹਨੇ ਕਹਿੰਦੇ ਹੀ ਇੰਟਰੋਡਿਊਸਡ ਮੈਨੀ laws such as protection of private property and uniform system of weights। ਕਹਿੰਦੇ ਕਿ ਉਹਨੇ ਪ੍ਰਾਈਵੇਟ ਪ੍ਰੋਪਰਟੀ ਜਿਹੜੀ ਲੋਕਾਂ ਦੀ ਪਰਸਨਲ ਪ੍ਰੋਪਰਟੀ ਸੀਗੀ ਉਹਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਲਾਅ ਇੱਕ ਪਾਸ ਕੀਤਾ ਔਰ ਇਹਦੇ ਨਾਲ ਹੀ ਜਿਹੜੇ ਵੇਟ ਤੇ ਮੇਜ਼ਰਸ ਜਾਨੀ ਕਿ ਆਪਾਂ ਕੁਝ ਮਿਲਣਾ ਹੈ ਜਾਂ ਤੋਲਣਾ ਹੈ ਇਹਨਾਂ ਦੇ ਲਈ ਜਿਹੜਾ ਡੈਸੀਮਲ ਸਿਸਟਮ ਸੀਗਾ ਉਹਨੂੰ ਸ਼ੁਰੂ ਕੀਤਾ। ਕਹਿੰਦੇ ਸ਼ੁਰੂ ਵਿੱਚ ਜਿਹੜਾ ਨੈਪੋਲੀਅਨ ਸੀਗਾ ਉਹਨੂੰ ਐਜ਼ ਅ ਲਿਬਰੇਟਰ ਦੇਖਿਆ ਗਿਆ। ਲਿਬਰੇਟਰ ਮਤਲਬ ਜਿਹੜਾ ਲੋਕਾਂ ਨੂੰ ਆਜ਼ਾਦ ਕਰਾਵੇ, ਠੀਕ ਹੈ। ਬਟ ਹੌਲੀ ਹੌਲੀ ਉਹਦੀ ਆਰਮੀਜ਼ ਜਿਹੜੀਆਂ ਹੈਗੀਆਂ ਉਹ ਹੌਲੀ ਹੌਲੀ ਜਿਹੜਾ ਹੈਗਾ ਉਹ ਕਾਫੀ ਤਰੀਕੇ ਦੇ ਨਾਲ ਲੋਕਾਂ ਦੇ ਉੱਪਰ ਕਬਜ਼ਾ ਕਰਨ ਦੇ ਤਰੀਕੇ ਦੇ ਨਾਲ ਜਿਹੜੇ ਅਟੈਕ ਕਰਨ ਲੱਗ ਪਈਆਂ, ਠੀਕ ਹੈ। ਕਿ ਜ਼ਿਆਦਾ ਤੋਂ ਜ਼ਿਆਦਾ ਦੁਨੀਆ ਵਿੱਚ ਉਹ ਆਪਣਾ ਕਬਜ਼ਾ ਜਿਹੜਾ ਹੈ ਉਹ ਕਰਨਾ ਚਾਹੁੰਦਾ ਹੈਗਾ। ਬਟ ਫਾਈਨਲੀ ਬੱਚੇ ਵਾਟਰਲੂ ਦਾ ਇੱਕ ਬੈਲਜੀਅਮ ਦੀ ਇੱਕ ਸਿਟੀ ਹੈ ਵਾਟਰਲੂ ਦੇ ਵਿੱਚ 1815 ਈਸਵੀ ਵਿੱਚ ਉਹ ਹਾਰ ਜਾਂਦਾ ਹੈ ਔਰ ਉਹਦੀ ਉਹਦੇ ਜਿਹੜੇ ਬਹੁਤ ਸਾਰੇ ਮੇਜਰ ਸੀਗੇ ਜਿਹੜੇ ਉਹਨੇ ਰੈਵੋਲੂਸ਼ਨਰੀ ਆਈਡੀਆਜ਼ ਦਿੱਤੇ ਸੀਗੇ ਲਿਬਰਟੀ ਦੇ, ਲਾਅਸ ਦੇ, ਠੀਕ ਹੈ। ਉਹ ਅੱਜ ਵੀ ਜਿਹੜੇ ਯੂਰਪ ਦੇ ਵਿੱਚ ਜਿਹੜੇ ਨੇ ਉਹ ਨੈਪੋਲੀਅਨ ਦੇ ਜਿਹੜਾ ਅਸਰ ਹੈ ਜਾਂ ਉਹਦੇ ਇੰਪੈਕਟ ਹੈ, ਉਹਦੇ ਲਾਅਸ ਹੈ, ਮੇਜਰਸ ਨੇ ਉਹ ਅੱਜ ਵੀ ਅਸਰ ਕਰਦੇ ਆ, ਠੀਕ ਹੈ। 1815 ਦੇ ਵਿੱਚ ਬੱਚੇ ਉਹ ਹਾਰ ਜਾਂਦਾ ਹੈ, ਉਹਨਾਂ ਨੂੰ ਪਕੜ ਕੇ ਜੇਲ੍ਹ ਵਿੱਚ ਦੇ ਦਿੱਤਾ ਜਾਂਦਾ ਹੈ ਔਰ ਆਈ ਥਿੰਕ 1821 ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਸੋ ਉਹਦੇ ਜਿਹੜੇ ਆਈਡੀਆਜ਼ ਦਿੱਤੇ ਸੀਗੇ ਉਹ ਅੱਜ ਵੀ ਯੂਰਪ ਦੇ ਵਿੱਚ ਜਿਹੜੇ ਆ ਉਹ ਯੂਜ਼ ਕੀਤੇ ਜਾਂਦੇ ਔਰ ਬਾਕੀ ਦੁਨੀਆ ਦੇ ਪਾਰਟਸ ਵਿੱਚ ਵੀ ਯੂਜ਼ ਕੀਤੇ ਜਾਂਦੇ ਆ, ਠੀਕ ਹੈ। ਇਸੇ ਦੇ ਨੈਕਸਟ ਕਹਿੰਦੇ ਬੱਚੇ ਕਿ ਜਿਹੜੇ ਲਿਬਰਟੀ ਹੈ, ਡੈਮੋਕ੍ਰੈਟਿਕ ਰਾਈਟਸ ਦਾ ਜਿਹੜੇ ਆਈਡੀਆਜ਼ ਨੇ ਇਹ ਫ੍ਰੈਂਚ ਰੈਵੋਲੂਸ਼ਨ ਦੀ ਇੱਕ ਇੰਪੋਰਟੈਂਟ ਲੈਗੇਸੀ ਹੈ, ਲੈਗੇਸੀ ਕੀ ਦੀ ਵਿਰਾਸਤ, ਠੀਕ ਹੈ। ਲਿਬਰਟੀ, ਡੈਮੋਕ੍ਰੈਟਿਕ ਰਾਈਟਸ ਜੋ ਆਪਾਂ ਵੀ ਅੱਜ ਆਪਾਂ ਕਰ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਉਹ ਵੀ ਆਪਣੇ ਕਿਵੇਂ ਮਿਲੇ ਨੇ, ਉਹ ਸ਼ੁਰੂ ਕਿੱਥੋਂ ਹੋਏ ਨੇ, ਫ੍ਰੈਂਚ ਰੈਵੋਲੂਸ਼ਨ ਤੋਂ ਹੋਏ ਨੇ ਔਰ ਹੌਲੀ ਹੌਲੀ ਆਪਣੇ ਤੱਕ ਪਹੁੰਚੇ ਨੇ, ਠੀਕ ਹੈ। ਦਿਸ ਸਪਰੈਡ ਫਰੋਮ ਫਰਾਂਸ ਟੂ ਦਾ ਰੈਸਟ ਆਫ ਯੂਰਪ ਡਿਊਰਿੰਗ ਦਾ 19th ਸੈਂਚੁਰੀ। ਕਹਿੰਦੇ ਕਿ ਜਿਹੜੇ ਸਾਰੇ ਆਈਡੀਆਜ਼ ਸੀ ਲਿਬਰਟੀ ਦੇ, ਡੈਮੋਕ੍ਰੈਟਿਕ ਰਾਈਟਸ ਦੇ, ਇਹ ਯੂਰਪ ਦੇ ਵਿੱਚ, ਫਰਾਂਸ ਤੋਂ ਯੂਰਪ ਦੇ ਵਿੱਚ 19ਵੀਂ ਸਦੀ ਵਿੱਚ ਪਹੁੰਚੇ ਤੇ ਜਿੱਥੇ ਕਿ ਫਿਊਡਲ ਸਿਸਟਮਸ ਜਿਹੜੇ ਹੈਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਫਿਊਡਲ ਸਿਸਟਮਸ ਕੀ ਹੈਗੇ? ਕੁਛ ਲੋਕਾਂ ਕੋਲ ਜਿਹੜਾ ਹੈਗਾ ਸਾਰਾ ਲੈਂਡ ਏਰੀਆ ਹੈਗਾ ਔਰ ਬਾਕੀ ਲੋਕ ਸਿਰਫ ਉਹਦੇ ਤੇ ਕੰਮ ਕਰਦੇ ਹੈਗੇ, ਠੀਕ ਹੈ। ਇਹਦੇ ਨਾਲ ਕਹਿੰਦੇ ਜਿਹੜੇ ਕੋਲੋਨਾਈਜ਼ਡ ਪੀਪਲ ਸੀਗੇ ਜਿਹੜੇ ਜਿਸ ਤਰ੍ਹਾਂ ਇੰਡੀਆ ਹੈਗਾ, ਬਾਕੀ ਜਿਹੜੀਆਂ ਕੰਟਰੀਜ਼ ਸੀਗੀਆਂ, ਠੀਕ ਹੈ, ਉਹਨਾਂ ਵਿੱਚ ਵੀ ਕਈ ਐਵੇਂ ਦੀਆਂ ਮੂਵਮੈਂਟਸ ਚੱਲੀਆਂ ਜਿਨ੍ਹਾਂ ਨੇ ਆਪਣਾ ਇੱਕ ਸਵਰਜਨ ਕੰਟਰੀ ਜਿਹੜੀ ਹੈਗੀ ਉਹਦੀ ਡਿਮਾਂਡ ਕੀਤੀ। ਇੰਡੀਆ ਵਿੱਚ ਟੀਪੂ ਸੁਲਤਾਨ, ਰਾਜਾ ਰਾਮ ਮੋਹਨ ਰਾਏ ਜਿਹੜੇ ਆ 2 ਐਗਜ਼ਾਮਪਲਸ ਨੇ ਜਿਹੜੇ ਲੋਕ ਕਿ ਇਹਨਾਂ ਰੈਵੋਲੂਸ਼ਨਰੀ ਆਈਡੀਆਜ਼ ਨੂੰ ਜਿਹੜੇ ਫਰਾਂਸ ਦੇ ਹੈਗੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੈਗਾ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕੀਤੀ। ਥੈਂਕ ਯੂ।